ਸਤਿ ਸ੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਸੰਤ ਸਿੰਘ ਸੇਖੋਂ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਦੇ ਨਾਲ ਉਹਨਾਂ ਦੁਆਰਾ ਰਚਿਤ ਇਕਾਂਗੀ ਪਿਤਾ ਪੁਰਖੀ ਦੀ ਸਾਹਿਤਕ ਆਲੋਚਨਾ ਕਰਾਂਗੇ। ਪਰ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ, ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਸਕਦੇ ਹੋ, ਤਾਂ ਜੋ ਆਉਣ ਵਾਲੀਆਂ ਲੈਕਚਰ ਲੜੀਆਂ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਅਤੇ ਨਾਲ ਹੀ ਸਾਹਿਤਕ ਸੱਚ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਦੇ ਰਹਿਣਾ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਦੇ ਨਾਲ ਜਾਰੀ ਰੱਖ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਸੰਤ ਸਿੰਘ ਸੇਖੋਂ ਨੂੰ ਪੰਜਾਬੀ ਅਦਬ ਭਾਵ ਪੰਜਾਬੀ ਸਾਹਿਤ ਦੇ ਸਰਬਾਂਗੀ ਲੇਖਕ ਹੋਣ ਦਾ ਮਾਣ ਹਾਸਿਲ ਹੈ। ਸਰਬਾਂਗੀ ਤੋਂ ਭਾਵ ਹੈ ਕਿ ਇਹਨਾਂ ਨੇ ਸਾਹਿਤ ਦੇ ਹਰ ਅੰਗ ਜਾਂ ਹਰ ਵਿਧਾ 'ਤੇ ਆਪਣੀ ਕਲਮ ਅਜ਼ਮਾਈ ਹੈ, ਭਾਵੇਂ ਉਹ ਕਵਿਤਾ ਦਾ ਖੇਤਰ ਹੋਵੇ, ਨਾਵਲ ਦਾ ਜਾਂ ਕਹਾਣੀ ਦਾ। ਇਹਨਾਂ ਨੇ ਅਨੁਵਾਦ ਵੀ ਕੀਤਾ ਹੈ, ਸਾਹਿਤ ਦੀ ਇਤਿਹਾਸਕਾਰੀ ਵੀ ਕੀਤੀ ਹੈ, ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬੀ ਖੋਜ ਅਤੇ ਆਲੋਚਨਾ ਦੇ ਖੇਤਰ ਦੇ ਵਿੱਚ ਇਹਨਾਂ ਨੇ ਬਹੁਤ ਨਾਮਣਾ ਖੱਟਿਆ ਹੈ। ਇਸੇ ਸਦਕਾ ਹੀ ਇਹਨਾਂ ਨੂੰ ਪੰਜਾਬੀ ਸਾਹਿਤ ਦੇ ਬਾਬਾ ਬੋੜ ਕਹਿ ਕੇ ਵੀ ਸਤਿਕਾਰਿਆ ਜਾਂਦਾ ਹੈ। ਇਹਨਾਂ ਦਾ ਜਨਮ 30 ਮਈ 1908 ਈਸਵੀ ਨੂੰ ਚੱਕ ਨੰਬਰ 70 ਜ਼ਿਲ੍ਹਾ ਲਾਇਲਪੁਰ ਜੋ ਕਿ ਪਾਕਿਸਤਾਨ ਵਿਖੇ ਹੈ ਹੋਇਆ, ਔਰ ਇਹਨਾਂ ਦਾ ਜੱਦੀ ਪਿੰਡ ਜੋ ਹੈ ਉਹ ਦਾਖਾ ਜ਼ਿਲ੍ਹਾ ਲੁਧਿਆਣਾ ਨੇੜੇ ਹੈ। ਭਾਵ ਜੱਦੀ ਪਿੰਡ ਤੋਂ ਮਤਲਬ ਹੈ ਕਿ ਇਹਨਾਂ ਦੇ ਪੁਰਖੇ ਜੋ ਸਨ ਉਹ ਦਾਖਾ ਜੋ ਕਿ ਲੁਧਿਆਣਾ ਨੇੜਲਾ ਪਿੰਡ ਹੈ ਉੱਥੋਂ ਦੇ ਵਸਨੀਕ ਸਨ, ਪਰ ਇਹਨਾਂ ਦੇ ਪਿਤਾ ਜਾਂ ਇਹਨਾਂ ਦਾ ਪਰਿਵਾਰ ਚੱਕ ਨੰਬਰ 70 ਜ਼ਿਲ੍ਹਾ ਲਾਇਲਪੁਰ ਵਿਖੇ ਹਿਜਰਤ ਕਰ ਗਿਆ। ਹਿਜਰਤ ਤੋਂ ਭਾਵ ਉੱਥੇ ਚਲਾ ਗਿਆ, ਕਿਉਂਕਿ ਉਸ ਵੇਲੇ ਅੰਗਰੇਜ਼ ਰਾਜ ਸੀ ਔਰ ਅੰਗਰੇਜ਼ਾਂ ਨੇ ਲਾਇਲਪੁਰ ਵਿਖੇ ਬਾਰ ਵਸਾਈ ਸੀ। ਬਾਰਾਂ ਵਸਾਉਣ ਦਾ ਭਾਵ ਇਹ ਸੀ ਕਿ ਅੰਗਰੇਜ਼ਾਂ ਦੇ ਕੋਲ ਜੋ ਘੋੜਸਵਾਰ ਸੈਨਾ ਸੀ, ਉਹਨਾਂ ਘੋੜਿਆਂ ਦੇ ਪ੍ਰਬੰਧ ਦੇ ਲਈ ਜੋ ਉਹਨਾਂ ਦੇ ਲਈ ਦਾਣਾ ਚਾਹੀਦਾ ਸੀ, ਚਾਰਾ ਚਾਹੀਦਾ ਸੀ, ਉਸ ਦੇ ਲਈ ਬਾਰਾਂ ਵਸਾਈਆਂ ਗਈਆਂ ਸਨ। ਔਰ ਮਿਹਨਤੀ ਲੋਕ ਜਿਹੜੇ ਸਨ ਉਹਨਾਂ ਨੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਉਹਨਾਂ ਬਾਰਾਂ ਦੇ ਵਿੱਚ ਜੋ ਹੈ ਆਪਣਾ ਰਹਿਣ ਬਸੇਰਾ ਵਸਾ ਲਿਆ, ਔਰ ਉੱਥੇ ਦਿਨ ਰਾਤ ਮੁਸ਼ੱਕਤ ਕਰਦੇ, ਆਪਣਾ ਢਿੱਡ ਵੀ ਭਰਦੇ ਅਤੇ ਨਾਲ ਅੰਗਰੇਜ਼ ਸਵਾਰ ਸੈਨਾ ਦੇ ਜਿਹੜੇ ਘੋੜੇ ਸਨ ਉਹਨਾਂ ਦੇ ਲਈ ਵੀ ਅਨਾਜ ਪੈਦਾ ਕਰਦੇ। ਸੋ ਉਹਨਾਂ ਪਰਿਵਾਰਾਂ ਦੇ ਵਿੱਚੋਂ ਹੀ ਸੰਤ ਸਿੰਘ ਸੇਖੋਂ ਦਾ ਪਰਿਵਾਰ ਵੀ ਸੀ। ਸੰਤ ਸਿੰਘ ਸੇਖੋਂ ਨੇ MA ਅੰਗਰੇਜ਼ੀ ਅਤੇ ਇਕਨੋਮਿਕਸ ਭਾਵ ਅਰਥ ਸ਼ਾਸਤਰ ਦੇ ਵਿੱਚ FC ਕਾਲਜ ਲਾਹੌਰ ਤੋਂ ਸਿੱਖਿਆ ਹਾਸਿਲ ਕੀਤੀ। ਇਹਨਾਂ ਨੂੰ ਡੀਲਿਟ ਦੀ ਉਪਾਧੀ ਵੀ ਜੋ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮਾਨਹਿਤ ਭੇਟ ਕੀਤੀ ਸੀ। ਕਿੱਤੇ ਵਜੋਂ ਇਹ ਆਪਣੇ ਵੇਲੇ ਦੇ ਅੰਗਰੇਜ਼ੀ ਦੇ ਬਹੁਤ ਵੱਡੇ ਪ੍ਰੋਫੈਸਰ ਸਨ, ਔਰ ਪ੍ਰਿੰਸੀਪਲ ਵਜੋਂ ਵੀ ਇਹਨਾਂ ਨੇ ਬਹੁਤ ਲੰਮਾ ਸਮਾਂ ਜੋ ਹੈ ਸੇਵਾ ਕੀਤੀ। ਸ਼ੁਰੂ ਦੇ ਵਿੱਚ ਇਹਨਾਂ ਨੇ ਅੰਗਰੇਜ਼ੀ ਦੇ ਵਿੱਚ ਹੀ ਲਿਖਣਾ ਸ਼ੁਰੂ ਕੀਤਾ ਸੀ, ਪਰ ਪ੍ਰਿੰਸੀਪਲ ਤੇਜਾ ਸਿੰਘ ਦੇ ਪ੍ਰਭਾਵ ਹੇਠ ਇਹਨਾਂ ਨੇ ਪੰਜਾਬੀ ਸਾਹਿਤ ਵੱਲ ਜੋ ਹੈ ਮੋੜ ਕੱਟਿਆ, ਔਰ ਆਪਣਾ ਲੇਖਣ ਦਾ ਕਾਰਜ ਜੋ ਹੈ ਉਹ ਇਹਨਾਂ ਨੇ ਤਾਉਮਰ ਜਾਰੀ ਰੱਖਿਆ। ਅੰਤ 7 ਅਕਤੂਬਰ 1997 ਈਸਵੀ ਨੂੰ ਪੰਜਾਬੀ ਦਾ ਇਹ ਹਰਫਨਮੌਲਾ ਸਾਹਿਤਕਾਰ ਜੋ ਸੀ ਸਾਹਿਤਕ ਹਲਕਿਆਂ ਤੋਂ ਸਦੀਵੀ ਵਿਛੋੜਾ ਪਾ ਜਾਂਦਾ ਹੈ। ਨਾਟਕ ਸੰਗ੍ਰਹਿ ਇਹਨਾਂ ਦੇ ਭਾਵ ਰਚਨਾਵਾਂ ਜੋ ਹਨ ਇਹਨਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ ਕਿ ਉਹ ਸਰਵਾਂਗੀ ਲੇਖਕ ਹੈ, ਉਸਨੇ ਸਾਹਿਤ ਦੀ ਹਰ ਵਿਧਾ 'ਤੇ ਕਲਮ ਅਜ਼ਮਾਈ ਹੈ। ਨਾਟਕ ਸੰਗ੍ਰਹਿ ਹਨ ਇਹਨਾਂ ਦੇ, ਇਹ ਵਿਦਿਆਰਥੀ ਆਪਣੇ ਲੋੜ ਅਨੁਸਾਰ ਜਿੰਨੇ ਵੀ ਨਾਟਕ ਸੰਗ੍ਰਹਿ ਹਨ ਇਹਨਾਂ ਦੇ ਨਾਮ ਯਾਦ ਕਰ ਸਕਦੇ ਹਨ। ਔਰ ਮਿੱਤਰ ਪਿਆਰਾ ਨਾਟਕ ਸੰਗ੍ਰਹਿ ਜੋ ਹੈ ਇਸ ਨੂੰ 1972 ਈਸਵੀ ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਦੇ ਅਵਾਰਡ ਦੇ ਨਾਲ, ਪੁਰਸਕਾਰ ਦੇ ਨਾਲ ਨਵਾਜਿਆ ਗਿਆ। ਇਸੇ ਤਰ੍ਹਾਂ ਇਹਨਾਂ ਦੇ ਇਕਾਂਗੀ ਸੰਗ੍ਰਹਿ ਹਨ ਛੇ ਘਰ, ਤਪਿਆ ਕਿਉਂ ਖਪਿਆ, ਨਾਟ ਸੁਨੇਹੇ, ਕਾਮੇ ਤੇ ਯੋਧੇ, ਸਮਾਚਾਰ, ਅੱਧੀ ਵਾਟ, ਤੀਜਾ ਪਹਿਰ ਆਦਿ ਇਹਨਾਂ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਹਨ। ਔਰ ਇਹਨਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹਨਾਂ ਦੀ ਜੋ ਰਚਨਾ ਹੈ ਉਹ ਬੌਧਿਕ ਰਚਨਾ ਹੈ, ਭਾਵ ਬਹੁਤ ਉੱਚੇ ਦਰਜੇ ਦੀ ਰਚਨਾ ਹੈ। ਭਾਵ ਇਹਨਾਂ ਨੇ ਜੋ ਨਾਟਕ ਲਿਖੇ ਹਨ, ਜਿਵੇਂ ਉਹਨਾਂ ਦੇ ਨਾਮ ਹਨ ਕਲਾਕਾਰ, ਮੋਇਆ ਸਾਰ ਨਾ ਕਾਈ, ਬੇੜਾ ਬੰਧ ਨਾ ਸਕਿਓ, ਇਹ ਇਤਿਹਾਸ, ਸਿਆਲਾਂ ਦੀ ਨੱਡੀ, ਸਾਰੇ ਇਤਿਹਾਸਕ ਨਾਟਕ ਹਨ। ਜਿਵੇਂ ਬੰਦਾ ਬਹਾਦਰ ਹੋ ਗਿਆ, ਵੱਡਾ ਘੱਲੂਘਾਰਾ ਹੋ ਗਿਆ, ਭੂਦਾਨ ਅੰਦੋਲਨ ਦੇ ਨਾਲ ਸੰਬੰਧਿਤ ਹੈ, ਵਾਰਿਸ ਹੈ, ਇਹ ਸਾਰੇ ਇਤਿਹਾਸਕ ਨਾਟਕ ਹਨ। ਔਰ ਇਹਨਾਂ ਦੇ ਜੋ ਮੁੱਖ ਮਕਸਦ ਹੈ ਇਹਨਾਂ ਨਾਟਕਾਂ ਨੂੰ, ਉਹ ਨਾਟਕਾਂ ਸਟੇਜ ਦੇ ਉੱਤੇ ਮੰਚਨ ਕਰਨਾ ਨਹੀਂ ਹੈ। ਇਹਨਾਂ ਦੀਆਂ ਨਾਟਕੀ ਕਿਰਤਾਂ ਜੋ ਹਨ ਉਹ ਪੜ੍ਹਨ
ਦੇ ਉਦੇਸ਼ ਦੇ ਲਈ ਲਿਖੀਆਂ ਗਈਆਂ ਹਨ, ਜਿਨ੍ਹਾਂ ਦੇ ਵਿੱਚ ਵਿਚਾਰ ਭਾਰੂ ਹੈ। ਉਹਨਾਂ ਦੇ ਵਿੱਚ ਜੋ ਨਾਟਕੀ ਗੁਣ, ਜੋ ਮੰਚੀ ਗੁਣ ਹੋਣੇ ਚਾਹੀਦੇ ਹਨ, ਉਹਨਾਂ ਦੀ ਘਾਟ ਹੈ, ਜਿਸ ਕਰਕੇ ਉਹਨਾਂ ਦੀਆਂ ਸਾਰੀਆਂ ਰਚਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਮੰਚ ਦੇ ਉੱਤੇ ਖੇਡਿਆ ਨਹੀਂ ਜਾ ਸਕਦਾ। ਖੋਜ ਅਤੇ ਆਲੋਚਨਾ ਦੇ ਖੇਤਰ ਦੇ ਵਿੱਚ ਇਹਨਾਂ ਨੇ ਬਹੁਤ ਨਾਮਣਾ ਖੱਟਿਆ। ਸਾਹਿਤਾਰਥ ਪੁਸਤਕ ਜਿਹੜੀ ਹੈ ਉਹ ਇਹਨਾਂ ਦੀ ਇੱਕ ਬੇਹੱਦ ਮਕਬੂਲ ਪੁਸਤਕ ਸੀ। ਨਾਵਲ ਇਹਨਾਂ ਨੇ ਲਹੂ ਮਿੱਟੀ ਅਤੇ ਬਾਬਾ ਅਸਮਾਨ ਲਿਖਿਆ। ਹਾਲਾਂਕਿ ਲਹੂ ਮਿੱਟੀ ਨਾਵਲ ਜਿਹੜਾ ਹੈ ਉਹ ਇੱਕ ਤਰ੍ਹਾਂ ਦੇ ਨਾਲ ਇਹਨਾਂ ਦੀ ਆਪਣੀ ਜ਼ਿੰਦਗੀ ਦਾ ਹੀ ਪ੍ਰਤੀਬਿੰਬ ਹੈ, ਕਿਉਂਕਿ ਜਿਵੇਂ ਕਿ ਪਹਿਲਾਂ ਦੱਸਿਆ ਹੈ ਕਿ ਲਾਇਲਪੁਰ ਦੇ ਵਿੱਚ ਜੋ 12 ਵਸਾਈਆਂ ਸਨ, ਉਹਨਾਂ 12 ਨੂੰ ਵਸਾਉਣ ਦੇ ਵਿੱਚ ਪੰਜਾਬੀਆਂ ਨੇ ਕਿਸ ਤਰ੍ਹਾਂ ਆਪਣਾ ਲਹੂ ਪਸੀਨਾ ਜਿਹੜਾ ਸੀ ਵਹਾਇਆ ਸੀ, ਲਹੂ ਮਿੱਟੀ ਇੱਕ ਹੋ ਗਈ ਸੀ। ਉਹਨਾਂ ਦੇ ਜੀਵਨ ਦੇ ਕਠਿਨ ਜੋ ਤਪੱਸਿਆ ਸੀ ਜਾਂ ਤਪ ਨੂੰ ਦਰਸਾਉਂਦਾ ਹੋਇਆ ਇਹ ਨਾਵਲ ਹੈ। 7 ਅਕਤੂਬਰ 1997 ਦੇ ਵਿੱਚ ਇਹਨਾਂ ਦਾ ਅਕਾਲ ਚਲਾਣਾ ਹੋ ਜਾਂਦਾ ਹੈ। ਮਾਣ ਸਨਮਾਨ ਸੰਨ ਸਿੰਘ ਸੇਖੋਂ ਨੂੰ ਬਹੁਤ ਵੱਡੇ ਪੱਧਰ 'ਤੇ ਮਿਲੇ ਹਨ, ਕਿਉਂਕਿ ਜਿਵੇਂ ਇਹਨਾਂ ਦੀਆਂ ਰਚਨਾਵਾਂ ਦਾ ਘੇਰਾ ਬੜਾ ਵਸੀਹ ਹੈ, ਬਹੁਤ ਵੱਡਾ ਹੈ, ਠੀਕ ਇਸੇ ਤਰ੍ਹਾਂ ਇਹਨਾਂ ਦੇ ਮਾਣ ਸਨਮਾਨ ਦੀ ਝੋਲੀ ਜਿਹੜੀ ਹੈ ਉਹ ਵੀ ਨੱਕੋ ਨੱਕ ਭਰੀ ਹੋਈ ਹੈ। ਭਾਰਤ ਸਰਕਾਰ ਦਾ ਜੋ ਸਰਵੋਤਮ ਇਨਾਮ ਹੈ ਪਦਮ ਸ਼੍ਰੀ, ਇਸ ਦੇ ਨਾਲ ਵੀ ਇਹਨਾਂ ਨੂੰ ਨਵਾਜਿਆ ਗਿਆ। ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵੀ ਹਾਸਲ ਹੋਇਆ। ਭਾਰਤੀ ਪਰਿਸ਼ਦ ਪੁਰਸਕਾਰ ਕਲਕੱਤਾ ਵਜੋਂ ਇਹਨਾਂ ਨੂੰ ਹਾਸਲ ਹੋਇਆ। ਲਾਈਫ ਫੈਲੋਸ਼ਿਪ ਸੀ ਇਹਨਾਂ ਦੇ ਕੋਲ। ਪ੍ਰੋਫੈਸਰ ਐਮੀਨੈਂਸ ਸਨ, ਪ੍ਰੋਫੈਸਰ ਐਮੀਰੇਟਿਸ ਸਨ, ਜੋ ਕਿ ਵੱਖ-ਵੱਖ ਯੂਨੀਵਰਸਿਟੀਆਂ ਨੇ ਇਹਨਾਂ ਨੂੰ ਫੈਲੋਸ਼ਿਪ ਦਿੱਤੀ, ਜਿਨ੍ਹਾਂ ਦੇ ਵਿੱਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਸੀ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਨਾਮ ਵਿਸ਼ੇਸ਼ ਤੌਰ 'ਤੇ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਪਿਤਾ ਪੁਰਖੀ ਇਕਾਂਗੀ ਦੀ ਸਾਹਿਤਕ ਆਲੋਚਨਾ। ਵੈਸੇ ਇਹਨਾਂ ਦੀਆਂ ਜੋ ਜਿੰਨੀਆਂ ਵੀ ਸਾਹਿਤਕ ਕਿਰਤਾਂ ਹਨ, ਕਿਉਂਕਿ ਇਹ ਮੂਲ ਰੂਪ ਦੇ ਵਿੱਚ ਪ੍ਰਗਤੀਵਾਦੀ ਸ਼ਾਇਰ ਸਨ, ਸਮਾਜਵਾਦ ਤੋਂ ਪ੍ਰਭਾਵਿਤ ਸਨ, ਸੋ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਜੋ ਵਿਚਾਰ ਹਮੇਸ਼ਾ ਹਾਵੀ ਰਿਹਾ ਹੈ। ਪਰ ਪਿਤਾ ਪੁਰਖੀ ਇਕਾਂਗੀ ਜੋ ਹੈ, ਇਸ ਦੇ ਵਿੱਚ ਜੋ ਹੈ ਜਦੋਂ ਅਸੀਂ ਇਹਨਾਂ ਦੀ ਆਲੋਚਨਾ ਕਰਾਂਗੇ ਤਾਂ ਹੇਠ ਲਿਖੇ ਨੁਕਤਿਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਅਸੀਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਸਾਨੂੰ ਪਿਤਾ ਪੁਰਖੀ ਇਕਾਂਗੀ ਦਾ ਜੋ ਵਿਸ਼ਾ ਹੈ ਉਹ ਪਿਤਾ ਪੁਰਖੀ, ਕਿਉਂਕਿ ਜਿਸ ਤੋਂ ਭਾਵ ਹੈ ਜੋ ਚੀਜ਼ ਅਸੀਂ ਆਪਣੇ ਪੁਰਖਿਆਂ ਤੋਂ ਗ੍ਰਹਿਣ ਕੀਤੀ ਹੁੰਦੀ ਹੈ ਉਸ ਨੂੰ ਪਿਤਾ ਪੁਰਖੀ ਕਿਹਾ ਜਾਂਦਾ ਹੈ। ਜਿਵੇਂ ਪਿਤਾ ਪੁਰਖੀ ਗੁਣ ਜਾਂ ਔਗਣ ਵੀ ਹੁੰਦੇ ਹਨ। ਗੁਣ ਜਾਂ ਔਗਣ ਜਿਹੜੇ ਨੇ ਭਾਵ ਜੋ ਮਨੁੱਖ ਦੇ ਵਿੱਚ ਪਿਤਾ ਪੁਰਖੀ ਆਦਤਾਂ ਹੁੰਦੀਆਂ ਨੇ ਉਹ ਪੋਜ਼ਿਟਿਵ ਵੀ ਹੋ ਸਕਦੀਆਂ ਨੇ, ਨੈਗੇਟਿਵ। ਔਰ ਇਹ ਸਾਰੀਆਂ ਆਦਤਾਂ ਜਿਹੜੀਆਂ ਨੇ 7 ਪੀੜ੍ਹੀਆਂ ਪਿਤਾ ਦੀਆਂ ਔਰ 7 ਪੀੜ੍ਹੀਆਂ ਮਾਤਾ ਦੀਆਂ, ਇਹਨਾਂ 14 ਪੀੜ੍ਹੀਆਂ ਦੇ ਜੋ ਗੁਣ ਔਗਣ ਹੁੰਦੇ ਹਨ ਉਹ ਇੱਕ ਬੱਚੇ ਦੇ ਜੀਨਸ ਦੇ ਵਿੱਚ ਜਿਹੜੇ ਹਨ ਉਹ ਕੁਦਰਤੀ ਸਮਾ ਜਾਂਦੇ ਹਨ। ਸੋ ਗੁਣ ਜਾਂ ਔਗਣ ਜਿਸ ਤਰ੍ਹਾਂ ਪਿਤਾ ਪੁਰਖੀ ਹੁੰਦੇ ਸਨ, ਠੀਕ ਇਸੇ ਤਰ੍ਹਾਂ ਪਿਤਾ ਪੁਰਖੀ ਕਰਜ਼ਾ ਵੀ ਹੁੰਦਾ ਹੈ। ਜਿਵੇਂ ਪਿਤਾ ਪੁਰਖੀ ਜ਼ਮੀਨ ਜਾਇਦਾਦ ਮਿਲਦੀ ਹੈ, ਜਿਵੇਂ ਗੁਣ ਔਗਣ ਪਿਤਾ ਪੁਰਖੀ ਮਿਲਦੇ ਹਨ। ਜ਼ਮੀਨ ਜਾਇਦਾਦ ਸਾਨੂੰ ਪੁਰਖਿਆਂ ਤੋਂ ਮਿਲਦੀ ਹੈ, ਜਿਵੇਂ ਪਿਤਾ ਦੀ ਜ਼ਮੀਨ ਦੇ ਮਾਲਕ ਉਸਦੇ ਬੱਚੇ ਹੋਣਗੇ ਔਰ ਪਿਤਾ ਨੇ ਵੀ ਆਪਣੇ ਪਿਤਾ ਤੋਂ ਜ਼ਮੀਨ ਜਿਹੜੀ ਹੈ ਹਾਸਿਲ ਕੀਤੀ ਹੁੰਦੀ ਹੈ। ਸੋ ਲੇਖਕ ਇਹ ਦਰਸਾਉਣਾ ਚਾਹੁੰਦਾ ਹੈ ਕਿ ਗੁਣ ਔਗਣ ਜਾਂ ਜ਼ਮੀਨ ਜਾਇਦਾਦ ਇਹੀ ਪਿਤਾ ਪੁਰਖੀ ਨਹੀਂ ਹੁੰਦੇ, ਕਰਜ਼ਾ ਵੀ ਜਿਹੜਾ ਹੈ ਉਹ ਪਿਤਾ ਪੁਰਖੀ ਹੁੰਦਾ ਸੀ। ਔਰ ਇਹ ਪਿਤਾ ਪੁਰਖੀ ਕਰਜ਼ਾ ਕਿਸਾਨਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੰਦਾ ਸੀ, ਕਿਉਂਕਿ ਉਸ ਵੇਲੇ ਜੋ ਕਿਸਾਨ ਸੀ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ, ਭਾਵੇਂ ਉਹ ਜਨਮ ਦੇ ਨਾਲ ਸੰਬੰਧਿਤ ਲੋੜਾਂ ਹੋਣ, ਵਿਆਹ ਦੇ ਨਾਲ ਸੰਬੰਧਿਤ ਜਾਂ ਮਰਨੇ ਦੇ ਨਾਲ ਸੰਬੰਧਿਤ, ਭਾਵ ਮਨੁੱਖ ਜਿਹੜਾ ਸੀ ਆਪਣੇ ਸਮਾਜਿਕ ਰੁਤਬੇ ਨੂੰ ਕਾਇਮ ਕਰਨ ਦੇ ਲਈ ਜਾਂ ਸਮਾਜ ਦੇ ਵਿੱਚ ਵਾਹ ਵਾਹੀ ਜਾਂ ਬੱਲੇ ਬੱਲੇ ਖੱਟਣ ਦੇ ਲਈ ਕਰਜ਼ਾ ਚੁੱਕ ਕੇ ਵੀ ਵਿਆਹਾਂ 'ਤੇ ਭੋਗਾਂ 'ਤੇ ਜ਼ਰੂਰਤ ਤੋਂ ਜ਼ਿਆਦਾ ਖਰਚ ਕਰਦਾ ਸੀ, ਕਰਜ਼ੇ ਚੁੱਕਦਾ ਸੀ। ਪਰ ਉਹ ਕਰਜ਼ਾ ਲਾਉਣ ਦੀ ਉਸ ਦੇ ਵਿੱਚ ਜਦੋਂ ਸਮਰੱਥਾ ਨਹੀਂ ਸੀ ਹੁੰਦੀ ਤਾਂ ਉਹ ਕਰਜ਼ਾ ਜੋ ਸੀ ਉਸ ਦੇ ਬੱਚਿਆਂ ਤੱਕ ਪਹੁੰਚ ਜਾਂਦਾ ਸੀ। ਜੇਕਰ ਬੱਚੇ ਵੀ ਉਸ ਨੂੰ ਅਦਾ ਕਰਨ ਦੇ ਸਮਰੱਥ ਨਹੀਂ ਸੀ ਹੁੰਦੇ ਤਾਂ ਉਹ ਇਸ ਤੋਂ ਵੀ ਅਗਲੀ ਪੀੜ੍ਹੀ ਤੱਕ, ਭਾਵ ਪੀੜ੍ਹੀ ਦਰ ਪੀੜ੍ਹੀ ਕਰਜ਼ਾ ਜੋ ਸੀ ਉਹ ਪਿਤਾ ਪੁਰਖੀ ਕਰਜ਼ੇ ਦੇ ਰੂਪ ਦੇ ਵਿੱਚ ਮਾਨਸਿਕ ਤਵਾਜ਼ਨ ਜਿਹੜਾ ਸੀ ਉਹ ਸ਼ਖਸ ਦਾ ਗਵਾ ਦਿੰਦਾ ਸੀ। ਇਸ ਤਰ੍ਹਾਂ ਇਸ ਇਕਾਂਗੀ ਦਾ ਵਿਸ਼ਾ ਜੋ ਹੈ ਪਿਤਾ ਪੁਰਖੀ ਕਰਜ਼ਾ ਹੈ। ਜੋ ਇਸ ਇਕਾਂਗੀ ਦੇ ਮੁੱਖ ਨਾਇਕ ਪ੍ਰਤਾਪ ਸਿੰਘ ਹੈ, ਪ੍ਰਤਾਪ ਸਿੰਘ ਨੇ ਆਪਣੇ ਪਿਤਾ ਦਾ ਕਰਜ਼ਾ ਉਤਾਰਿਆ ਸੀ ਔਰ ਉਸ ਨੇ ਅੱਗੋਂ ਆਪਣੇ ਪੁੱਤਰ ਗੁਰਨਾਮ ਨੂੰ ਪੜ੍ਹਾਉਣ ਦੇ ਲਈ ਔਰ ਘਰ ਬਣਾਉਣ ਦੇ ਲਈ ਜੋ ਕਰਜ਼ਾ ਲਿਆ ਸੀ, ਉਸ ਕਰਜ਼ੇ ਨੂੰ ਉਹ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਆਪਣੀ ਨੌਕਰੀ
ਤੋਂ ਘਰ ਦਾ ਗੁਜ਼ਾਰਾ ਵੀ ਤੋਰੇ ਅਤੇ ਨਾਲ ਦੀ ਨਾਲ ਉਸ ਕਰਜ਼ੇ ਨੂੰ ਵੀ ਉਤਾਰੇ, ਕਿਉਂਕਿ ਗੁਰਨਾਮ ਸਿੰਘ ਜਿਹੜਾ ਹੈ ਉਹ ਅੱਤ ਦਾ ਇਮਾਨਦਾਰ ਵਿਅਕਤੀ ਹੈ। ਉਹ ਚਾਹੁੰਦਾ ਹੈ ਕਿ ਜਦੋਂ ਅਸੀਂ ਸ਼ਾਹੂਕਾਰਾਂ ਤੋਂ ਕਰਜ਼ਾ ਲਿਆ ਹੈ, ਆਪਣੀ ਲੋੜ ਪੂਰੀ ਕੀਤੀ ਹੈ, ਤਾਂ ਉਸ ਕਰਜ਼ੇ ਨੂੰ ਵੀ ਉਤਾਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਪਰ ਉਸ ਦਾ ਪੁੱਤਰ ਜਿਹੜਾ ਹੈ ਜਾਂ ਉਸ ਦੀ ਔਰਤ ਜਾਂ ਉਸ ਦੀ ਪਤਨੀ ਜਿਹੜੀ ਹੈ ਨੰਦ ਕੌਰ, ਉਹ ਚਾਹੁੰਦੇ ਹਨ ਕਿ ਜੇਕਰ ਸ਼ਾਹੂਕਾਰ ਕਰਜ਼ਾ ਦੇਣ ਦੇ ਸਮੇਂ ਆਪਣੀ ਮਨਮਰਜ਼ੀ ਕਰਦਾ ਹੈ ਤਾਂ ਜੋ ਕਰਜ਼ਈ ਮਨੁੱਖ ਹੈ ਉਸਨੂੰ ਕਰਜ਼ਾ ਉਤਾਰਨ ਦੇ ਸਮੇਂ ਵੀ ਆਪਣੀ ਮਰਜ਼ੀ ਅਨੁਸਾਰ ਚੱਲਣਾ ਚਾਹੀਦਾ ਹੈ। ਭਾਵ ਕਿ ਸਰਕਾਰ ਦੁਆਰਾ ਬਣਾਏ ਗਏ ਨਵੇਂ ਕਾਨੂੰਨਾਂ ਦੇ ਅਨੁਸਾਰ ਉਹਨਾਂ ਵਿਆਜ ਨਹੀਂ ਦੇਣਾ ਚਾਹੀਦਾ ਜਿੰਨਾ ਸ਼ਾਹੂਕਾਰਾਂ ਨੇ ਮਿਥਿਆ ਸੀ, ਬਲਕਿ ਥੋੜ੍ਹਾ ਵਿਆਜ ਜੋ ਕਿ ਸਰਕਾਰੀ ਕਾਨੂੰਨਾਂ ਦੇ ਅਨੁਸਾਰ ਬਣਦਾ ਹੈ ਉਨਾ ਹੀ ਵਿਆਜ ਅਦਾ ਕਰਨਾ ਚਾਹੀਦਾ ਹੈ। ਇਹ ਇਸ ਇਕਾਂਗੀ ਦਾ ਮੁੱਖ ਵਿਸ਼ਾ ਹੈ। ਔਰ ਕਰਜ਼ੇ ਤੋਂ ਘਰ ਦੇ ਵਿੱਚ ਕਲੇਸ਼, ਕਿਉਂਕਿ ਜਿੱਥੇ ਕਰਜ਼ਾ ਹੋਏਗਾ, ਕਰਜ਼ਾ ਅਤੇ ਕਲੇਸ਼ ਦੋਵੇਂ ਜਿਹੜੇ ਨੇ ਇੱਕ ਦੂਜੇ ਦੇ ਪੂਰਕ ਹਨ। ਜਿੱਥੇ ਕਰਜ਼ਾ ਹੋਏਗਾ ਉੱਥੇ ਕਲੇਸ਼ ਵੀ ਹੋਏਗੀ, ਕਿਉਂਕਿ ਕਰਜ਼ੇ ਕਰਕੇ ਜੋ ਪਰਿਵਾਰਕ ਜੀਅ ਹਨ ਉਹਨਾਂ ਦੇ ਦਿਮਾਗਾਂ ਦੇ ਉੱਤੇ ਇੱਕ ਬੋਝ ਰਹਿੰਦਾ ਹੈ, ਭਾਰ ਰਹਿੰਦਾ ਹੈ, ਜਿਸ ਸਦਕਾ ਘਰ ਦੇ ਵਿੱਚ ਨਿਰੰਤਰ ਕਲੇਸ਼ ਰਹਿੰਦਾ ਹੈ। ਸੋ ਇਸ ਤਰ੍ਹਾਂ ਲੇਖਕ ਨੇ ਇਸ ਇਕਾਂਗੀ ਦੇ ਵਿੱਚ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਮਨੁੱਖ ਜੋ ਹੈ ਉਸ ਨੂੰ ਆਪਣਾ ਵਜੂਦ ਵੇਖ ਕੇ, ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਪਰ ਜਦੋਂ ਪ੍ਰਤਾਪ ਸਿੰਘ ਜਿਹੇ ਮਨੁੱਖ ਜਿਹੜੇ ਹਨ ਉਹ ਬਿਨਾਂ ਸੋਚੇ ਸਮਝੇ ਜੋ ਹੈ ਕਰਜ਼ਾ ਉਠਾਉਂਦੇ ਹਨ ਅਤੇ ਜਦੋਂ ਕਰਜ਼ਾ ਉਤਾਰਨ ਦੇ ਸਮਰੱਥ ਨਹੀਂ ਹੁੰਦੇ ਅਤੇ ਫਿਰ ਘਰ ਦੇ ਵਿੱਚ ਕਲੇਸ਼ ਸਦਕਾ ਘਰੋਗੀ ਮਾਹੌਲ ਵੀ ਜੋ ਹੈ ਉਹ ਨਾ ਖੁਸ਼ਗਵਾਰ ਹੋ ਜਾਂਦਾ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਪਲਾਟ ਜਾਂ ਗੋਂਦ। ਬਾਕੀ ਪੁਆਇੰਟ ਜਿਹੜੇ ਨੇ ਇਹ ਲਗਭਗ ਸਾਰੀਆਂ ਇਕਾਂਗੀਆਂ ਨੇ ਜਿਹੜੀਆਂ ਉਹਨਾਂ ਦੇ ਬਰਾਬਰ ਇੱਕੋ ਜਿਹੇ ਹੋਣਗੇ। ਹਰ ਇਕਾਂਗੀ ਦੀ ਅਸੀਂ ਸਾਹਿਤਕ ਆਲੋਚਨਾ ਕਰਦਿਆਂ ਹੋਇਆਂ ਉਹਦਾ ਵਿਸ਼ਾ ਜਿਹੜਾ ਹੈ ਉਸ ਦੇ ਮੁਤਾਬਕ ਹੀ ਅਸੀਂ ਬਾਕੀ ਜੋ ਨੁਕਤੇ ਨੇ ਉਹਨਾਂ ਦੇ ਬਾਰੇ ਚਰਚਾ ਕਰਨੀ ਹੈ। ਪਲਾਟ ਜਾਂ ਗੋਂਦ ਕਿਉਂਕਿ ਜਿਵੇਂ ਕਿ ਪਹਿਲਾਂ ਵੀ ਦੱਸਿਆ ਸੀ ਇੱਕ ਅਜਿਹਾ ਫਰੇਮ ਹੈ ਜਿਸ ਦੇ ਵਿੱਚ ਕਿਸੇ ਵੀ ਕਹਾਣੀ ਦੀ ਲੜੀ ਨੂੰ ਜੋ ਹੈ ਤਰਤੀਬਵਾਰ ਜਾਂ ਸਿਲਸਿਲੇਵਾਰ ਫਿੱਟ ਕੀਤਾ ਜਾਂਦਾ ਹੈ। ਭਾਵ ਸਟੈਪ ਬਾਏ ਸਟੈਪ ਜਿਹੜੀ ਹੈ ਕਹਾਣੀ ਅੱਗੇ ਵੱਧਦੀ ਹੈ। ਜਿਵੇਂ ਕਿ ਕੋਈ ਲੇਖ ਲਿਖ ਰਹੇ ਹਾਂ, ਉਹਦੇ ਵਿੱਚ ਅਸੀਂ ਕੋਈ ਪੈਰਾ ਅੱਗੇ ਪਿੱਛੇ ਕਰ ਦੇਵਾਂਗੇ ਤਾਂ ਲੜੀ ਨਹੀਂ ਟੁੱਟਦੀ। ਪਰ ਜੇਕਰ ਕਹਾਣੀ ਦੇ ਵਿੱਚੋਂ ਅਸੀਂ ਕੋਈ ਲੜੀ ਗਾਇਬ ਕਰ ਦੇਵਾਂਗੇ ਤਾਂ ਕਹਾਣੀ ਰਸ ਜੋ ਹੈ ਉਸ ਦੇ ਵਿੱਚੋਂ ਖਤਮ ਹੋ ਜਾਂਦਾ ਹੈ। ਸੋ ਪਲਾਟ ਜਾਂ ਗੋਂਦ ਜਿੰਨਾ ਗੁੰਦਵਾ ਹੋਏਗਾ, ਜਿੰਨਾ ਪੀਡਾ ਹੋਏਗਾ, ਓਨਾ ਹੀ ਉਹ ਨਾਟਕ ਜਾਂ ਇਕਾਂਗੀ ਦੀ ਕਹਾਣੀ ਜਿਹੜੀ ਹੈ ਉਹ ਸਫਲ ਹੋਏਗੀ, ਪ੍ਰਭਾਵਸ਼ਾਲੀ ਹੋਵੇਗੀ। ਪਾਤਰ ਚਿੱਤਰਨ ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ ਕਿ ਪ੍ਰਤਾਪ ਸਿੰਘ ਇਸ ਦਾ ਮੁੱਖ ਪਾਤਰ ਹੈ ਜੋ ਕਿ ਅੱਤ ਦਾ ਇਮਾਨਦਾਰ ਵਿਅਕਤੀ ਹੈ। ਦੂਜੇ ਪਾਸੇ ਉਸਦੀ ਪਤਨੀ ਨੰਦ ਕੌਰ ਜਿਹੜੀ ਹੈ ਉਹ ਬੜੇ ਝਗੜਾਲੂ ਸੁਭਾਅ ਦੀ ਅੜਬ ਗੁਸੈਲ ਔਰਤ ਹੈ, ਜਿਹੜੀ ਹਮੇਸ਼ਾ ਆਪਣੇ ਛੋਟੇ ਪੁੱਤਰ ਨੂੰ ਆਪਣੇ ਪਤੀ ਦੇ ਖਿਲਾਫ ਉਕਸਾਉਂਦੀ ਰਹਿੰਦੀ ਹੈ, ਭਾਵ ਸ਼ਹਿ ਦਿੰਦੀ ਹੈ। ਅਤੇ ਗੁਰਨਾਮ ਸਿੰਘ ਜਿਹੜਾ ਹੈ ਪੜ੍ਹਿਆ ਲਿਖਿਆ ਅਤੇ ਸਲੀਕੇ ਵਾਲਾ, ਸਮਝ ਵਾਲਾ ਸ਼ਖਸ ਹੈ। ਅਤੇ ਉਹਨਾਂ ਦੀ ਭੈਣ ਜਿਹੜੀ ਕਰਤਾਰੋ ਹੈ ਉਹ ਵੀ ਕਾਫੀ ਸਮਝਦਾਰੀ ਦੇ ਨਾਲ ਚਾਹੁੰਦੀ ਹੈ ਕਿ ਘਰ ਦੇ ਵਿੱਚ ਕਲੇਸ਼ ਨਾ ਹੋਵੇ, ਪਰ ਉਹ ਬੇਵੱਸ ਹੈ। ਉਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਘਰ ਦਾ ਜਿਹੜਾ ਕਲੇਸ਼ ਹੈ ਉਹ ਕਿਸੇ ਤਰ੍ਹਾਂ ਥੰਮਦਾ ਨਹੀਂ ਹੈ, ਜਿਸ ਸਦਕਾ ਉਹ ਵੀ ਚਿੰਤਿਤ ਹੈ। ਤੀਜਾ ਆ ਜਾਂਦਾ ਹੈ ਵਾਰਤਾਲਾਪ। ਵਾਰਤਾਲਾਪ ਕਿਉਂਕਿ ਜਿਵੇਂ ਕਿ ਪਹਿਲਾਂ ਵੀ ਦੱਸਿਆ ਸੀ ਪਿਛਲੀ ਕਹਾਣੀ ਦੇ ਵਿੱਚ ਵੀ ਕਿ ਵਾਰਤਾਲਾਪ ਹਮੇਸ਼ਾ ਕਹਾਣੀ ਦੀਆਂ ਲੜੀਆਂ ਨੂੰ ਅੱਗੇ ਤੋੜਦੇ ਹਨ। ਸੋ ਇਕਾਂਗੀ ਦੇ ਵਿੱਚ ਜਿਹੜਾ ਵਾਰਤਾਲਾਪ ਹੈ ਉਹ ਚੁਸਤ ਹੋਣਾ ਚਾਹੀਦਾ ਹੈ, ਚੁਸਤ ਹੈ ਵੀ। ਜੋ ਨਿੱਕੇ ਨਿੱਕੇ ਵਾਰਤਾਲਾਪ ਹੁੰਦੇ ਹਨ ਔਰ ਵਾਰਤਾਲਾਪ ਜਿਹੜੇ ਨੇ ਉਹ ਰਸਮਈ ਹੋਣੇ ਚਾਹੀਦੇ ਹਨ ਤਾਂ ਜੋ ਪਾਠਕਾਂ ਦਾ ਉਹਨਾਂ ਦੇ ਵਿੱਚ ਨਿਰੰਤਰ ਜੋ ਹੈ ਖਿੱਚ ਬਣੀ ਰਵੇ, ਖਿੱਚ ਭਰਪੂਰ ਹੋਣੇ ਚਾਹੀਦੇ ਹਨ। ਵਾਤਾਵਰਨ ਇਕਾਂਗੀ ਦਾ ਅਜਿਹਾ ਹੈ ਕਿ ਜਿਸ ਤੋਂ ਸਾਨੂੰ ਪੁਰਾਤਨ ਪੰਜਾਬ ਦੇ ਦੀਦਾਰ ਹੁੰਦੇ ਹਨ ਕਿ ਪੁਰਾਣੇ ਪੰਜਾਬ ਦੇ ਵਿੱਚ ਜੋ ਹੈ ਲੋਕਾਂ ਦਾ ਘਰੋਗੀ ਵਾਤਾਵਰਨ ਜੋ ਸੀ ਉਹ ਕਿਸ ਤਰ੍ਹਾਂ ਦਾ ਹੁੰਦਾ ਸੀ, ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਸਮੱਸਿਆਵਾਂ ਸਨ, ਕਿਸ ਤਰ੍ਹਾਂ ਉਹ ਆਪਸ ਦੇ ਵਿੱਚ ਖਹਿੰਦੇ ਸਨ, ਲੜਦੇ ਸਨ, ਝਗੜਦੇ ਸਨ, ਇੱਕ ਦੂਜੇ ਨਾਲ ਮੋਹ ਮੁਹੱਬਤ ਵੀ ਸੀ, ਇੱਕ ਦੂਜੇ ਦੇ ਬਾਰੇ ਸੋਚਦੇ ਵੀ ਸਨ। ਪਰ ਉਹਨਾਂ ਦਾ ਜੋ ਜੀਵਨ ਢੰਗ ਹੀ ਇਸ ਤਰ੍ਹਾਂ ਦਾ ਬਣ ਚੁੱਕਿਆ ਸੀ ਕਿ ਉਹ ਉਸ ਵਾਤਾਵਰਨ ਦੇ ਧੱਕੇ ਜ਼ੋਰੀ ਦੇ ਨਾਲ ਤ੍ਰਿਗੋ ਜ਼ੋਰੀ ਸ਼ਿਕਾਰ ਹੋ ਜਾਂਦੇ ਸਨ, ਕਿਉਂਕਿ ਜੇਕਰ ਇਸ ਪਰਿਵਾਰ ਨੂੰ ਕਰਜ਼ਾ ਚੁੱਕਣਾ ਪਿਆ ਅਤੇ ਉਹ ਉਹਨਾਂ ਦੀ ਮਜਬੂਰੀ ਸੀ। ਉਸ ਮਜਬੂਰੀ ਦਾ ਸ਼ਿਕਾਰ ਹੋ ਕੇ ਉਹ ਕਰਜ਼ਾ ਜਿਹੜਾ ਹੈ ਉਹਨਾਂ ਦੇ ਘਰੋਗੀ ਵਾਤਾਵਰਨ ਨੂੰ ਜੋ ਹੈ ਉਹ ਮਾਹੌਲ ਨੂੰ ਗੰਧਲਾ ਕਰ ਰਿਹਾ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਰੰਗਮੰਚ, ਜੋ ਕਿ ਬੇਹੱਦ ਅਹਿਮ ਪੁਆਇੰਟ ਹੈ। ਰੰਗਮੰਚ ਦੀ ਦ੍ਰਿਸ਼ਟੀ ਤੋਂ ਅਸੀਂ ਇੱਕ ਇਕਾਂਗੀ ਨੂੰ ਇੱਕ ਸਫਲ ਇਕਾਂਗੀ ਦਾ ਦਰਜਾ
ਦੇ ਸਕਦੇ ਹਾਂ, ਕਿਉਂਕਿ ਸਾਰੇ ਪਾਤਰ ਜਾਂ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਬੜੀ ਸਫਲਤਾਪੂਰਵਕ ਮੰਚ ਦੇ ਉੱਤੇ ਖੇਡੀਆਂ ਜਾ ਸਕਦੀਆਂ ਹਨ। ਨਿਰੰਤਰ ਸਾਰੀਆਂ ਘਟਨਾਵਾਂ ਦੇ ਵਿੱਚ ਸਮੇਂ ਸਥਾਨ ਦੀ ਏਕਤਾ ਹੈ, ਕਿਉਂਕਿ ਸਾਰੀਆਂ ਘਟਨਾਵਾਂ ਘਰ ਦੇ ਵਿਹੜੇ ਦੇ ਵਿੱਚ ਇੱਕੋ ਹੀ ਜਗ੍ਹਾ ਵਾਪਰੀਆਂ ਹਨ। ਸੋ ਇਹਨਾਂ ਘਟਨਾਵਾਂ ਨੂੰ ਜੋ ਹੈ ਰੰਗਮੰਚ ਦੀ ਦ੍ਰਿਸ਼ਟੀ ਦੇ ਉੱਤੇ ਪੇਸ਼ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆ ਸਕਦੀ, ਔਰ ਕੋਈ ਵਧੇਰੇ ਮੰਚ ਸਜ਼ਾ ਦੀ ਵੀ ਲੋੜ ਨਹੀਂ ਹੈ, ਕਿਉਂਕਿ ਇੱਕ ਦਰਮਿਆਨੇ ਜਿਹੇ ਜੋ ਕਿਸਾਨ ਪਰਿਵਾਰ ਹੈ ਉਸ ਦੇ ਘਰ ਦੇ ਵਿੱਚ ਜੋ ਹੈ ਕਿਸ ਤਰ੍ਹਾਂ ਦਾ ਵਿਹੜੇ ਦੇ ਵਿੱਚ ਸਮਾਨ ਛੋਟਾ ਮੋਟਾ ਹੋ ਸਕਦਾ ਹੈ, ਉਸ ਨੂੰ ਪੇਸ਼ ਕਰਨ ਦੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ। ਪਲਾਟ ਜਿਹੜਾ ਹੈ ਰੋਚਕ ਹੈ, ਕਾਰਜ ਨਿਰੰਤਰ ਤਿੱਖਾ ਚੱਲਦਾ ਹੈ। ਇਸ ਦੇ ਵਿੱਚ ਕਾਰਜ ਜੋ ਹੈ ਇੱਕ ਤੋਂ ਬਾਅਦ ਇੱਕ ਘਟਨਾ ਵਾਪਰ ਰਹੀ ਹੈ, ਔਰ ਪਾਠਕਾਂ ਦੀ ਜਾਂ ਸਰੋਤਿਆਂ ਦੀ ਨਿਰੰਤਰ ਇਸ ਦੇ ਵਿੱਚ ਉਤਸੁਕਤਾ ਬਣੀ ਰਹਿੰਦੀ ਹੈ ਕਿ ਅੱਗੋਂ ਕੀ ਵਾਪਰੇਗਾ। ਸੋ ਰੰਗਮੰਚ ਦੀ ਦ੍ਰਿਸ਼ਟੀ ਤੋਂ ਅਸੀਂ ਇਸ ਇਕਾਂਗੀ ਨੂੰ ਇੱਕ ਸਫਲ ਇਕਾਂਗੀ ਦਾ ਦਰਜਾ ਦੇ ਸਕਦੇ ਹਾਂ। ਉਦੇਸ਼ ਇਸ ਇਕਾਂਗੀ ਦਾ ਜੋ ਹੈ ਮੁੱਖ ਰੂਪ ਦੇ ਵਿੱਚ ਨਾਟਕਕਾਰ ਨੇ ਜਾਂ ਇਕਾਂਗੀਕਾਰ ਨੇ ਭਾਵ ਸੰਤ ਸਿੰਘ ਸੇਖੋਂ ਨੇ ਇਹ ਇਕਾਂਗੀ ਲਿਖਣ ਦਾ ਜੋ ਮੁੱਖ ਉਦੇਸ਼ ਹੈ ਉਸਦਾ ਉਹ ਇਹ ਹੈ ਕਿ ਇੱਕ ਤਾਂ ਉਸ ਵੇਲੇ ਦੇ ਸਮਾਜ ਦੇ ਦੀਆਂ ਜੋ ਸਮੱਸਿਆਵਾਂ ਹਨ ਉਹਨਾਂ ਨੂੰ ਪੇਸ਼ ਕਰਨਾ ਕਿ ਕਿਸ ਤਰ੍ਹਾਂ ਲੋਕ ਮਜਬੂਰੀ ਵਿੱਚ ਕਰਜ਼ਾ ਚੁੱਕਦੇ ਸਨ, ਅਤੇ ਦੂਜਾ ਕਰਜ਼ੇ ਦੇ ਕਰਕੇ ਘਰੋਗੀ ਹਾਲਾਤ ਜਿਹੜੇ ਸਨ ਕਿਸ ਤਰ੍ਹਾਂ ਨਾ ਖੁਸ਼ਗਵਾਰ ਹੋ ਜਾਂਦੇ ਸਨ, ਉਹਨਾਂ ਤੋਂ ਬਚਣ ਦੀ ਜਾਂ ਕਰਜ਼ੇ ਤੋਂ ਬਚਣ ਦੀ ਜੋ ਹੈ ਮਨੁੱਖ ਨੂੰ ਪ੍ਰੇਰਣਾ ਦੇਣਾ ਹੈ। ਔਰ ਸਿਰਲੇਖ ਕਿਉਂਕਿ ਸਾਰੀ ਇਕਾਂਗੀ ਦੀਆਂ ਜਿਹੜੀਆਂ ਘਟਨਾਵਾਂ ਹਨ ਉਹ ਪਿਤਾ ਪੁਰਖੀ ਕਰਜ਼ੇ ਦੇ ਨਾਲ ਹੀ ਸੰਬੰਧਿਤ ਸਨ। ਸੋ ਇਸ ਇਕਾਂਗੀ ਨੂੰ ਅਸੀਂ ਪਿਤਾ ਪੁਰਖੀ ਸਿਰਲੇਖ ਵਜੋਂ ਵੀ ਸਫਲ ਇਕਾਂਗੀ ਕਹਿ ਸਕਦੇ ਹਾਂ, ਕਿਉਂਕਿ ਸਿਰਲੇਖ ਛੋਟਾ ਵੀ ਹੈ, ਅਰਥ ਭਰਪੂਰ ਵੀ ਹੈ ਔਰ ਖਿੱਚ ਪਾਊ ਵੀ ਹੈ। ਭਾਸ਼ਾ ਸ਼ੈਲੀ ਜੋ ਹੈ ਇਸ ਇਕਾਂਗੀ ਦੀ ਉਹ ਵੀ ਬੇਹੱਦ ਸਰਲ ਹੈ, ਰਸ ਭਰੀ ਹੈ, ਕਿਉਂਕਿ ਇਸ ਇਕਾਂਗੀ ਦੇ ਵਿੱਚ ਮਾਲਵੇ ਦੇ ਪੇਂਡੂ ਮਾਹੌਲ ਦਾ ਜ਼ਿਕਰ ਕੀਤਾ ਗਿਆ ਹੈ, ਔਰ ਉਹਨਾਂ ਦੀ ਬੋਲਚਾਲ ਦੇ ਵਿੱਚ ਜੋ ਹੈ ਆਪਸੀ ਜੋ ਬੋਲਚਾਲ ਹੈ ਉਹਦੇ ਵਿੱਚ ਮੁਹਾਵਰੇਦਾਰ ਭਾਸ਼ਾ ਜੋ ਠੇਠ ਪੰਜਾਬੀ ਹੈ, ਲੋਕ ਮੁਹਾਵਰੇ ਵਾਲੀ ਭਾਸ਼ਾ ਦੀ ਵਰਤੋਂ ਹੋਈ ਹੈ। ਪਰ ਕੋਈ ਕੋਈ ਸ਼ਬਦ ਜਿਵੇਂ ਕਿ ਗੁਰਨਾਮ ਸਿੰਘ ਜਿਹੜਾ ਹੈ ਜਾਂ ਆਨੰਦ ਕੌਰ ਦੇ ਮੂੰਹੋਂ ਕਿ ਮੇਰੇ ਪੁੱਤਰਾਂ ਨੂੰ ਆਪੇ ਤੌਫੀਕ ਦੇਵੇਗਾ, ਤੌਫੀਕ ਸ਼ਬਦ ਜਿਹੜਾ ਹੈ ਇੱਥੇ ਅਰਬੀ ਫਾਰਸੀ ਦਾ ਹੈ। ਸੋ ਸਮੁੱਚੇ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸੰਤ ਸਿੰਘ ਸੇਖੋਂ ਦੁਆਰਾ ਰਚਿਤ ਇਹ ਇਕਾਂਗੀ ਪਿਤਾ ਪੁਰਖੀ ਜੋ ਹੈ ਇਸ ਦਾ ਪੰਜਾਬੀ ਸਾਹਿਤ ਦੇ ਵਿੱਚ ਨਿਵੇਕਲਾ ਸਥਾਨ ਹੈ, ਜਿਸ ਨੂੰ ਇੱਕ ਸਫਲ ਇਕਾਂਗੀ ਦਾ ਦਰਜਾ ਦਿੱਤਾ ਜਾ ਸਕਦਾ ਹੈ, ਕਿਉਂਕਿ ਆਪਣੇ ਵਿਸ਼ੇ, ਪਲਾਟ, ਵਾਤਾਵਰਣ ਜਾਂ ਉਦੇਸ਼ ਦੇ ਪੱਖੋਂ ਅਸੀਂ ਇਸ ਇਕਾਂਗੀ ਨੂੰ ਸਫਲਤਾ ਪੂਰਵਕ ਸਟੇਜ ਦੇ ਉੱਤੇ ਪੇਸ਼ ਕੀਤੀ ਜਾਣ ਵਾਲੀ ਇਕਾਂਗੀ ਦੇ ਵਿੱਚ ਰੱਖ ਸਕਦੇ ਹਾਂ। ਹਾਲਾਂਕਿ ਸੰਤ ਸਿੰਘ ਸੇਖੋਂ ਦੀਆਂ ਜਿਹੜੀਆਂ ਸਾਰੀਆਂ ਇਕਾਂਗੀਆਂ ਜਾਂ ਨਾਟਕ ਹਨ ਉਹਨਾਂ ਨੂੰ ਮੰਚ ਦੇ ਉੱਤੇ ਪੇਸ਼ ਨਹੀਂ ਕੀਤਾ ਜਾ ਸਕਦਾ। ਕਿਉਂਕਿ ਉਹ ਬੌਧਿਕ ਨਜ਼ਰੀਏ ਤੋਂ ਲਿਖੀਆਂ ਗਈਆਂ ਹਨ, ਉਹਨਾਂ ਦੇ ਵਿੱਚ ਵਿਚਾਰ ਹਾਵੀ ਹੈ ਔਰ ਘਟਨਾਵਾਂ ਜਿਹੜੀਆਂ ਨੇ ਉਹ ਓਨੀਆਂ ਮੁੱਖ ਨਹੀਂ ਹਨ, ਜਿਸ ਸਦਕਾ ਉਹਨਾਂ ਨੂੰ ਮੰਚ ਦੇ ਉੱਤੇ ਪੇਸ਼ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸੰਤ ਸਿੰਘ ਸੇਖੋਂ ਨੇ ਇਹ ਇਕਾਂਗੀ ਜਾਂ ਨਾਟਕ ਜੋ ਲਿਖੇ ਹਨ ਉਹ ਸਿਰਫ ਪਾਠਕ ਦੇ ਲਈ ਲਿਖੇ ਹਨ। ਪੁਸਤਕ ਰੂਪ ਦੇ ਵਿੱਚ ਪੜ੍ਹਨ ਦੇ ਲਈ ਉਹਨਾਂ ਦੇ ਵਿੱਚ ਜੋ ਵਿਚਾਰ ਹਨ ਉਹ ਉਸ ਨੂੰ ਪਾਠਕਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ, ਉਹ ਕਿਸੇ ਮੰਚੀ ਲੋੜ ਨੂੰ ਮੁੱਖ ਰੱਖ ਕੇ ਲਿਖੇ ਹੀ ਨਹੀਂ ਗਏ। ਸੋ ਇਸ ਤਰ੍ਹਾਂ ਉਮੀਦ ਹੈ ਕਿ ਵਿਦਿਆਰਥੀਆਂ ਨੂੰ ਪਿਤਾ ਪੁਰਖੀ ਇਕਾਂਗੀ ਦੇ ਬਾਰੇ ਵਿੱਚ ਕੀਤੀ ਗਈ ਇਹ ਆਲੋਚਨਾ ਜਿਹੜੀ ਹੈ ਕਾਫੀ ਸਹਾਈ ਸਿੱਧ ਹੋਵੇਗੀ ਔਰ ਉਹਨਾਂ ਦੀਆਂ ਇਮਤਿਹਾਨੀ ਲੋੜਾਂ ਨੂੰ ਦੇ ਲਈ ਜੋ ਹੈ ਖਰੀ ਉਤਰੇਗੀ। ਇਸ ਇਕਾਂਗੀ ਨੂੰ, ਇਸ ਵੀਡੀਓ ਨੂੰ ਜੋ ਹੈ ਅੱਗੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਵਿੱਚ ਸਾਂਝੇ ਵੀ ਕਰਦੇ ਰਹਿਣਾ। ਇਹਨਾਂ ਸ਼ਬਦਾਂ ਦੇ ਨਾਲ ਇਜਾਜ਼ਤ। ਧੰਨਵਾਦ।